Good morning students. Today we discuss about next topic evaluation of economic environment in India. ਇਹਨੂੰ ਆਪਾਂ 3 ਪਾਰਟਸ ਦੇ ਵਿੱਚ ਡਿਵਾਈਡ ਕਰਦੇ ਆ। ਫਰਸਟ ਵਨ ਹੈ ਇਕਨੋਮਿਕ ਇਨਵਾਇਰਮੈਂਟ ਇਨ ਇੰਡੀਆ ਐਟ ਦਾ ਟਾਈਮ ਆਫ ਇੰਡੀਪੈਂਡੈਂਸ। ਆਜ਼ਾਦੀ ਦੇ ਸਮੇਂ ਜਿਹੜੀ ਆਪਣੀ ਇਕਨੋਮਿਕ ਇਨਵਾਇਰਮੈਂਟ ਸੀਗੀ, ਭਾਰਤ ਦਾ ਇਕਨੋਮਿਕ ਇਨਵਾਇਰਮੈਂਟ ਕਿੱਦਾਂ ਦਾ ਸੀਗਾ, ਇਹਦੇ ਮੇਨ ਫੀਚਰਸ ਆ ਉਸ ਟਾਈਮ 'ਤੇ ਆਪਣੇ ਕੋਲ ਕਿਹੜੀ ਇਕੋਨਮੀ ਸੀ, ਕਿੱਦਾਂ ਦਾ ਆਪਣਾ ਇਨਫਰਾਸਟਰਕਚਰ ਸੀ, ਉਹਦੇ ਬਾਰੇ ਆਪਾਂ ਸਾਰੀ ਅੱਜ ਜਾਣਕਾਰੀ ਲਵਾਂਗੇ। ਫਸਟ ਵਨ ਆ ਇੰਡੀਅਨ ਇਕੋਨਮੀ ਉਸ ਟਾਈਮ 'ਤੇ ਜਿਹੜੀ ਸੀਗੀ ਅੰਡਰ ਡਿਵੈਲਪ ਸੀਗੀ, ਮੀਨਸ ਆਪਣੀ ਇਕੋਨਮੀ ਉਸ ਟਾਈਮ 'ਤੇ ਜਿਹੜੀ ਆ ਵਿਕਸਿਤ ਹੋ ਰਹੀ ਸੀਗੀ, ਅਵਿਕਸਿਤ ਸੀਗੀ। ਅਤੇ ਉਸ ਟਾਈਮ 'ਤੇ ਜਿਹੜੀ ਆਪਣੀ ਇਕੋਨਮੀ ਕਿਹੜੀ ਸੀ, ਸਟੈਗਨੈਂਟ ਸਾਮੰਤਵਾਦ ਇਕੋਨਮੀ ਸੀ। ਉਸ ਟਾਈਮ 'ਤੇ ਆਪਣੀ ਇਕੋਨਮੀ ਦੇ ਵਿੱਚ ਕੁਝ ਵੀ ਇੱਦਾਂ ਦਾ ਨਹੀਂ ਸੀ ਜਿਹੜਾ ਕਿ ਡਿਵੈਲਪ ਹੋ ਚੁੱਕਾ ਸੀ। ਸੈਕਿੰਡ ਵਨ ਹੈ ਇੰਡੀਅਨ ਇਕੋਨਮੀ ਉਸ ਟਾਈਮ 'ਤੇ ਆਪਣੇ ਕੋਲ 2 ਟਾਈਪਸ ਦੀ ਪਾਰਟ ਸੀ, ਇੱਕ ਸੀ ਐਗਰੀਅਨ, ਇੱਕ ਰੂਰਲ। ਉਹਦੇ ਉਸ ਟਾਈਮ 'ਤੇ ਜਿਹੜਾ ਵੀ ਆਪਾਂ ਕੰਮ ਕਰਦੇ ਸੀ ਐਗਰੀਕਲਚਰ 'ਤੇ ਡਿਪੈਂਡ ਸੀ ਜਾਂ ਆਪਾਂ ਪਿੰਡਾਂ ਦੇ ਵਿੱਚ ਕੰਮ ਕਰਦੇ ਸੀ। 75% ਜਿਹੜੇ ਲੋਕ ਸੀਗੇ ਉਹ ਐਗਰੀਕਲਚਰ ਖੇਤੀਬਾੜੀ ਕਰਦੇ ਸੀ ਅਤੇ 85% ਜਿਹੜੇ ਲੋਕ ਆ ਉਹ ਪਿੰਡਾਂ ਵਿੱਚ ਰਹਿੰਦੇ ਸੀ। ਉਸ ਟਾਈਮ 'ਤੇ ਜਿਹੜੀ ਇੰਡਸਟਰੀ ਸੀ ਨਾ ਦੇ ਬਰਾਬਰ ਸੀਗੀ। ਇਨਫਰਾਸਟਰਕਚਰ ਜਿਹੜੀ ਸੀਗੀ, ਜਿਹੜਾ ਸੰਰਚਨਾਤਮਕ ਢਾਂਚਾ ਸੀ ਉਹ ਬਹੁਤ ਹੀ ਬੈਕਵਰਡ ਸੀਗਾ। ਉਸ ਟਾਈਮ 'ਤੇ ਜਿਹੜੀਆਂ ਪੋਲਿਸੀਜ਼ ਸੀਗੀਆਂ ਪਲੈਨਿੰਗ ਦੀਆਂ ਉਹ ਐਬਸੈਂਟ ਸੀ, 0 ਦੇ ਬਰਾਬਰ ਸੀ। ਕੋਈ ਵੀ ਇਕਨੋਮਿਕ ਡਿਵੈਲਪਮੈਂਟ ਕੰਟਰੀ ਦੇ ਵਿੱਚ ਨਹੀਂ ਹੋ ਰਹੀ ਸੀ। ਨਾ ਹੀ ਆਪਣੇ ਕੋਲ ਜਿਹੜੀ ਪੂੰਜੀ ਦੀ ਇੰਡੀਆ ਭਾਰਤ ਵਿੱਚ ਉਸ ਟਾਈਮ 'ਤੇ ਜਿਹੜੀ ਪੂੰਜੀ ਦੀ ਘਾਟ ਵੀ ਬਹੁਤ ਘੱਟ ਸੀਗੀ। ਇਹ ਹੈਲਥ ਸਿਸਟਮ, ਐਜੂਕੇਸ਼ਨਲ ਸਿਸਟਮ ਉਹਦੀ ਕੰਡੀਸ਼ਨ ਵੀ ਬਹੁਤ ਹੀ ਪੂਅਰ ਸੀ। ਉਹਦੇ ਉਸ ਟਾਈਮ 'ਤੇ ਜਿਹੜੀ ਟੈਕਨੋਲੋਜੀ ਸੀ ਉਹ ਤਾਂ ਨਾ ਦੇ ਬਰਾਬਰ ਹੀ ਸੀ। ਕੋਈ ਵੀ ਜਿਹੜੀ ਪ੍ਰੋਡਕਟਿਵਿਟੀ ਹੁੰਦੀ ਸੀ ਉਹ ਬਹੁਤ ਹੀ ਘੱਟ ਹੁੰਦੀ ਸੀ। ਇਹ ਜਿਹੜੇ ਨੈਗੇਟਿਵ ਫੀਚਰਸ ਆ ਇਕਨੋਮਿਕ ਇਨਵਾਇਰਮੈਂਟ ਦੇ ਨਾਲ ਕਹਿੰਦੇ ਫੇਵਰੇਬਲ ਨਹੀਂ ਆ ਆਪਣੀ ਇੰਡੀਅਨ ਜਿਹੜੀਆਂ ਇਕਨੋਮਿਕ ਡਿਵੈਲਪਮੈਂਟ ਨੂੰ ਉਸ ਟਾਈਮ 'ਤੇ ਵਧਾਉਣ ਦੇ ਵਿੱਚ। ਇਹ ਜਿਹੜੇ ਕੀ ਆ ਇਹ ਫੀਚਰਸ ਨੇਗੇ, ਇਹਦੇ ਨਾਲ ਜਿਹੜੀ ਆਪਣੀ ਇਕੋਨਮੀ ਜਿਹੜਾ ਇਨਵਾਇਰਮੈਂਟ ਆ ਉਸ ਟਾਈਮ 'ਤੇ ਬਹੁਤ ਹੀ ਜ਼ਿਆਦਾ ਡਾਊਨ ਸੀ। ਸੈਕਿੰਡ ਵਨ ਇਕਨੋਮਿਕ ਇਨਵਾਇਰਮੈਂਟ ਇਨ ਇੰਡੀਆ ਆਫਟਰ ਇੰਡੀਪੈਂਡੈਂਸ ਟਿਲ 1991। ਹੁਣ ਜਦੋਂ ਆਜ਼ਾਦੀ ਤੋਂ ਬਾਅਦ 1991 ਤੋਂ ਬਾਅਦ ਆਪਣੀ ਜਿਹੜੇ ਇਕਨੋਮਿਕ ਇਨਵਾਇਰਮੈਂਟ ਕਿੱਦਾਂ ਦਾ ਸੀਗਾ, ਉਹਦੇ ਵਿੱਚ ਕਾਫੀ ਐਫਰਟਸ ਪਾਉਣ ਦੇ ਨਾਲ ਇਕਨੋਮਿਕ ਇਨਵਾਇਰਮੈਂਟ ਦੇ ਵਿੱਚ ਇੰਪਰੂਵਮੈਂਟ ਹੋਣੀ ਸ਼ੁਰੂ ਹੋ ਗਈ। ਆਜ਼ਾਦੀ ਤੋਂ ਬਾਅਦ 1947 ਨੂੰ ਤੁਹਾਨੂੰ ਪਤਾ ਹੈ ਆਪਣਾ ਜਿਹੜਾ ਦੇਸ਼ ਹੈ ਉਹ ਆਜ਼ਾਦ ਹੋਇਆ ਸੀਗਾ, ਜਿਹਦੇ ਵਿੱਚ ਕਈ ਟਰਮ ਦੇ ਵਿੱਚ ਇੰਪਰੂਵਮੈਂਟ ਹੋਈ। ਆਪਣਾ ਜਿਹੜਾ ਸਟਾਕ ਆ ਉਹ ਵੀ ਵਧਣਾ ਸਟਾਰਟ ਹੋ ਗਿਆ। ਉਹਦੇ ਵਿੱਚ ਕਿੱਦਾਂ ਦੀਆਂ ਟਰਮਸ ਆ ਉਹ ਦੱਸਦੇ ਆ। ਪਹਿਲਾਂ ਤਾਂ ਆਪਾਂ ਜਿਹੜੀ ਆਪਣੀ ਸੋਸ਼ਲਿਜ਼ਮ ਸਟਾਰਟ ਹੋਇਆ, ਆਪਣੀ ਜਿਹੜੀ ਇਕੋਨਮੀ ਬਣ ਗਈ ਮਿਕਸਡ ਇਕੋਨਮੀ ਬਣ ਗਈ। ਮਿਕਸਡ ਮੀਨਸ ਜਿਹਦੇ ਵਿੱਚ ਆਪਾਂ ਐਗਰੀਕਲਚਰ ਅਤੇ ਰੂਰਲ ਦੋਨਾਂ ਨੂੰ ਇਨਕਲੂਡ ਕਰਨਾ ਸ਼ੁਰੂ ਕਰ ਦਿੱਤਾ। ਆਪਣੀ ਜਿਹੜੀ ਆ ਇਕੋਨਮੀ ਆ ਹੌਲੀ ਹੌਲੀ ਪ੍ਰਮੋਟ ਹੋਣੀ ਸ਼ੁਰੂ ਹੋ ਗਈ। ਇਹ ਹਰ ਇੱਕ ਪਾਸੇ ਤੋਂ ਜਿਹੜੀ ਆਪਣੀ ਇਕੋਨਮੀ ਆ ਡਿਵੈਲਪ ਹੋਣੀ ਸ਼ੁਰੂ ਹੋ ਗਈ। ਇਹਦੇ ਵਿੱਚ ਜਿਹੜੀਆਂ ਪੋਲਿਸੀਜ਼ ਐਂਡ ਲਾਅ ਆ ਇੰਡਸਟਰੀਅਲ ਦੇ ਉਹ ਵੀ ਸਟਾਰਟ ਹੋ ਗਏ। ਜਿਹੜਾ ਕਿ ਐਕਟ 1951 ਸੀਗਾ ਉਹ ਸਟਾਰਟ ਹੋਇਆ। MRTP ਐਕਟ 1969, ਫਿਰ FERA, ਫਿਰ 1973। ਇਹ ਜਿਹੜੇ 3 ਆ ਬਿਜ਼ਨਸ ਫੀਲਡ ਦੇ ਵਿੱਚ ਮੋਸਟ ਇੰਪੋਰਟੈਂਟ ਰੋਲ ਪਲੇ ਕਰਦੇ ਆ ਐਕਟ। ਫੋਰਥ ਪੁਆਇੰਟ ਆਪਣੇ ਕੋਲ ਜਿਹੜਾ ਪਬਲਿਕ ਸੈਕਟਰ ਆ ਉਹਦੇ ਨਾਲ ਕੀ ਆ ਸਪੈਸ਼ਲ ਇੰਪੋਰਟੈਂਸ ਆਪਣੀ ਇਕੋਨਮੀ ਦੇ ਵਿੱਚ ਆਉਣੀ ਸਟਾਰਟ ਹੋ ਗਈ। ਆਪਾਂ ਮੋਨੈਟਰੀ ਪੋਲਿਸੀ ਨੂੰ ਜ਼ਿਆਦਾ ਤੋਂ ਜ਼ਿਆਦਾ ਅਡੋਪਟ ਕੀਤਾ, ਸਟ੍ਰਿਕਟਲੀ ਅਡੋਪਟ ਕਰਨਾ ਪਿਆ, ਜਿਹਦੇ ਨਾਲ ਆਪਣੇ ਜਿਹੜੇ ਇੰਟਰਸਟ ਰੇਟ ਆ ਉਹ ਬਹੁਤ ਹੀ ਹਾਈ ਹੋ ਗਏ। ਨੈਕਸਟ ਹੈ ਫੋਰਨ ਕੈਪੀਟਲ ਐਂਡ ਫੋਰਨ ਐਕਸਚੇਂਜ ਰੇਟ ਵਾਜ ਸਟ੍ਰਿਕਟਲੀ ਰੈਗੂਲੇਟਡ। ਜਿਹੜੀ ਆਪਣੀ ਫੋਰਨ ਕੈਪੀਟਲ ਸੀ, ਬਾਹਰਲੀ ਵਿਦੇਸ਼ੀ ਪੂੰਜੀ ਸੀ, ਅਤੇ ਆਪਣਾ ਵਿਦੇਸ਼ੀ ਜਿਹੜਾ ਵਟਾਂਦਰਾ ਸੀ ਵਸਤੂਆਂ ਦਾ ਲੈਣ ਦੇਣ ਸੀਗਾ ਉਹਨੂੰ ਵੀ ਆਪਾਂ ਕੰਟੀਨਿਊਸਲੀ ਰੈਗੂਲੇਟ ਕਰਨਾ ਸ਼ੁਰੂ ਕਰ ਦਿੱਤਾ। ਨੈਕਸਟ ਹੈ ਪੋਲਿਸੀ ਆਫ ਇੰਪੋਰਟ ਸਬਸਟੀਟਿਊਸ਼ਨ ਵਾਜ ਅਡੋਪਟਡ ਇਨ ਇੰਟਰਨੈਸ਼ਨਲ ਟ੍ਰੇਡ। ਆਪਾਂ ਜ਼ਿਆਦਾ ਆਯਾਤ ਨੂੰ ਸਬਸਟੀਟਿਊਟ ਕੀਤਾ, ਮੀਨਸ ਜਿਹੜੇ ਆਯਾਤ ਆਪਾਂ ਬਾਹਰਲੇ ਦੇਸ਼ਾਂ ਤੋਂ ਮੰਗਾਉਂਦੇ ਸੀਗੇ ਉਹਨੂੰ ਆਪਣੇ ਦੇਸ਼ ਦੇ ਵਿੱਚ ਹੀ ਓਪਨ ਕਰਨ ਦੀ ਕੋਸ਼ਿਸ਼ ਕੀਤੀ। ਬੈਂਕ ਐਂਡ ਇੰਸ਼ੋਰੈਂਸ ਕੰਪਨੀ ਸੀਗੀਆਂ ਨੈਸ਼ਨਲਾਈਜ਼ ਹੋ ਗਈਆਂ, ਜਿਨ੍ਹਾਂ ਦਾ ਕੰਟਰੋਲ ਕੀ ਸੀਗਾ ਫਾਈਨੈਂਸ਼ੀਅਲ ਸੈਕਟਰ ਦੇ ਕੋਲ ਚਲਾ ਗਿਆ। ਆਪਣੀ ਇੰਡਸਟਰੀ ਜਿਹੜੀ ਹੋਰ ਪ੍ਰਮੋਟ ਹੋ ਗਈ, ਉਹਦੇ ਵਿੱਚ ਵੀ ਡਿਵੈਲਪਮੈਂਟ ਹੋ ਗਈ। ਇਨਫਰਾਸਟਰਕਚਰ ਸੀਗਾ ਉਹਦੇ ਵਿੱਚ ਵੀ ਡਿਵੈਲਪਮੈਂਟ ਹੋ ਗਈ। ਇਹ ਸਾਰਾ ਕੁਛ ਕਦੋਂ ਹੋਇਆ 1951 ਤੋਂ ਬਾਅਦ, ਮੀਨਸ ਆਜ਼ਾਦੀ ਤੋਂ ਬਾਅਦ 1947 ਤੋਂ ਬਾਅਦ। ਕਦੋਂ ਤੱਕ ਇਹ ਕੰਮ ਆ 1991 ਤੱਕ।
ਨੈਕਸਟ ਆਪਣੇ ਕੋਲ ਜਿਹੜੇ ਆਪਾਂ ਨਵੇਂ ਨਵੇਂ ਮੈਥਡਸ ਆ ਪ੍ਰੋਡਕਸ਼ਨ ਦੇ ਵਿੱਚ ਯੂਜ਼ ਕਰਨੇ ਸਟਾਰਟ ਕਰ ਦਿੱਤੇ। 1948 56 77 ਐਂਡ 1980 ਦੇ ਵਿੱਚ ਆਪਣੀ ਜਿਹੜੀ ਇੰਡਸਟਰੀਜ਼ ਆ ਪੋਲਿਸੀਜ਼ ਆ ਉਹਨਾਂ ਨੂੰ ਫਰੇਮ ਕੀਤਾ ਗਿਆ। ਅਲੱਗ-ਅਲੱਗ ਜਿਹੜੀਆਂ ਉਹਨਾਂ ਦੀ ਜਿਹੜੀ ਆ ਸ਼ਕਲ ਦੇ ਵਿੱਚ ਵਾਧਾ ਹੋਇਆ। ਇਹ ਸਾਰੇ ਸੈਕਟਰਸ ਆ ਇਹਦੇ ਨਾਲ ਕੀ ਆ ਆਪਣੇ ਐਫਰਟਸ ਦੇ ਨਾਲ ਇਕਨੋਮਿਕ ਪਲੈਨਿੰਗ ਦੇ ਨਾਲ ਪਬਲਿਕ ਸੈਕਟਰ ਦੇ ਵਿੱਚ ਡਿਵੈਲਪਮੈਂਟ ਹੋ ਗਈ। ਇਸ ਕਰਕੇ ਕਹਿੰਦੇ ਇਕਨੋਮਿਕ ਇਨਵਾਇਰਮੈਂਟ ਦੇ ਵਿੱਚ ਉਸ ਟਾਈਮ 'ਤੇ ਇਹਨੂੰ ਕੀ ਕਿਹਾ ਜਾਂਦਾ ਸੀ, ਇਕਨੋਮਿਕ ਇਨਵਾਇਰਮੈਂਟ ਬੇਸਡ ਔਨ ਡੈਮੋਕ੍ਰੈਟਿਕ ਸੋਸ਼ਲਿਜ਼ਮ। ਕਿਉਂਕਿ ਉਸ ਟਾਈਮ 'ਤੇ ਕਿਉਂ ਇਹ ਆਪਣੀ ਜਿਹੜੀ ਇਕੋਨਮੀ ਸੀ ਉਸ ਟਾਈਮ 'ਤੇ ਕਿਹੜੀ ਸੀ, ਮਿਕਸਡ ਇਕੋਨਮੀ ਸੀਗੀ। ਇਹਦੇ ਵਿੱਚ ਕਹਿੰਦੇ ਪ੍ਰਾਈਵੇਟ ਸੈਕਟਰ ਨੂੰ ਕੰਡਕਟ ਨਹੀਂ ਕੀਤਾ ਜਾਂਦਾ ਸੀਗਾ। ਮੇਨ ਓਬਜੈਕਟਿਵ ਕੀ ਸੀਗੇ ਇਕਨੋਮਿਕ ਡਿਵੈਲਪਮੈਂਟ ਦੇ ਉਸ ਟਾਈਮ 'ਤੇ ਪਲਾਨ ਕੀ ਸੀ। ਆਫਟਰ ਤੁਹਾਨੂੰ ਪਤਾ ਆ ਆਜ਼ਾਦੀ ਤੋਂ ਬਾਅਦ ਆਪਣੀ ਇਕੋਨਮੀ ਦੇ ਵਿੱਚ 5 ਈਅਰ ਪਲਾਨ ਸਟਾਰਟ ਹੋ ਗਿਆ, ਲਾਂਚ ਹੋਇਆ, ਜਿਹਦੇ ਨਾਲ ਆਪਣੀ ਓਵਰਆਲ ਜਿਹੜੀ ਆ ਕੰਟਰੀ ਦੀ ਡਿਵੈਲਪਮੈਂਟ ਹੋਈ। ਇਹਦੇ ਵਿੱਚ 3 ਪਲਾਨ ਆ ਜਿਹੜੇ ਕੀਤੇ ਗਏ। ਕਿਹੜੇ ਆ ਮੇਨ ਓਬਜੈਕਟਿਵਸ ਇਹਦੇ ਵਿੱਚ ਕੀ ਆ, ਆਪਣੀ ਜਿਹੜੀ ਆ ਇਕਨੋਮਿਕ ਗਰੋਥ ਆ ਉਹਨੂੰ ਪ੍ਰਮੋਟ ਕੀਤਾ ਗਿਆ, ਸਟੈਬਿਲਿਟੀ ਨੂੰ ਕੰਟਰੀ ਦੇ ਵਿੱਚ, ਰਿਡਕਸ਼ਨ ਆ ਜਿਹੜੀਆਂ ਪ੍ਰੋਬਲਮਸ ਆ ਲਾਈਕ ਅਨਇੰਪਲੋਇਮੈਂਟ, ਪਾਵਰਟੀ, ਇਕਨੋਮਿਕ ਇਨਇਕੁਐਲਿਟੀ ਆ ਇਹਨਾਂ ਦੇ ਵਿੱਚ ਹੌਲੀ ਹੌਲੀ ਗਿਰਾਵਟ ਹੁੰਦੀ ਗਈ। ਆਪਣੇ ਜਿਹੜੇ ਲਿਵਿੰਗ ਸਟੈਂਡਰਡ ਆ ਪੀਪਲਸ ਦਾ ਉਹ ਵਧਣਾ ਸਟਾਰਟ ਹੋ ਗਿਆ। ਇੰਡਸਟਰੀਅਲ ਦੀ ਡਿਵੈਲਪਮੈਂਟ ਵਧਣੀ ਸਟਾਰਟ ਹੋ ਗਈ। ਜਿਹੜੇ ਪਰਸਨਸ ਆ ਉਹ ਸੈਲਫ ਸਫੀਸ਼ੀਐਂਟ ਹੋ ਗਏ, ਆਪਣੀਆਂ ਗੋਲ ਨੂੰ ਅਚੀਵ ਕਰਨ ਦੀ ਕੋਸ਼ਿਸ਼ ਕਰਨ ਲੱਗ ਪਏ। ਇਹਦੇ ਵਿੱਚ ਜਿਹੜੇ ਰਿਚ ਅਤੇ ਪੂਅਰ ਪੀਪਲ ਦੇ ਵਿੱਚ ਜਿਹੜਾ ਇੱਕ ਬ੍ਰਿਜ ਬਣਿਆ ਸੀਗਾ ਉਹ ਘਟਣਾ ਸਟਾਰਟ ਹੋ ਗਿਆ, ਕਿਉਂਕਿ ਆਪਣੀ ਜਿਹੜੀ ਇਕੋਨਮੀ ਸੀ ਮਿਕਸਡ ਇਕੋਨਮੀ ਬਣ ਗਈ। ਇਹਦੇ ਨਾਲ ਜਿਹੜਾ ਆਪਣਾ ਗਰੋਥ ਦੇ ਵਿੱਚ ਜਿਹੜਾ ਬੈਲੈਂਸਡ ਅਲੱਗ-ਅਲੱਗ ਰੀਜਨਸ ਦੇ ਵਿੱਚ ਕੰਟਰੀ ਦੇ ਖੇਤਰਾਂ ਦੇ ਵਿੱਚ ਬੈਲੈਂਸ ਹੋਣਾ ਸਟਾਰਟ ਹੋ ਗਿਆ। ਆਪਣੇ ਜਿਹੜੇ ਆ ਜਿਹੜੇ ਛੋਟੇ ਉਦਯੋਗ ਸੀਗੇ ਲਾਈਕ ਐਜ਼ ਆ ਕਾਟੇਜ, ਸਮਾਲ ਸਕੇਲ ਅਤੇ ਵਿਲੇਜ ਇੰਡਸਟਰੀਜ਼ ਸੀਗੀਆਂ ਉਹ ਪ੍ਰਮੋਟ ਹੋਣੀਆਂ ਸਟਾਰਟ ਹੋ ਗਈਆਂ, ਉਹਨਾਂ ਦੀ ਡਿਵੈਲਪਮੈਂਟ ਜ਼ਿਆਦਾ ਹੋਣੀ ਸਟਾਰਟ ਹੋ ਗਈ। ਕੰਟਰੋਲ ਜਿਹੜਾ ਸੀਗਾ ਸਟ੍ਰਿਕਟ ਕੰਟਰੋਲ ਕੀਤਾ ਗਿਆ। ਕਾਹਦੇ 'ਤੇ ਕੰਟਰੋਲ ਕੀਤਾ ਗਿਆ, ਫੋਰਨ ਕੈਪੀਟਲ 'ਤੇ, ਜਿਹੜੀ ਵਿਦੇਸ਼ਾਂ ਤੋਂ ਪੂੰਜੀ ਮੰਗਾਈ ਜਾਂਦੀ ਸੀ, ਜਿਹੜਾ ਆਪਾਂ ਵਿਦੇਸ਼ੀ ਇੰਡਸਟਰੀ 'ਤੇ ਕੰਮ ਕਰਦੇ ਸੀ, ਅਤੇ ਫੋਰਨ ਐਕਸਚੇਂਜ 'ਤੇ, ਇਹਨਾਂ 'ਤੇ ਪੂਰਾ ਕੰਟਰੋਲ ਰੱਖਿਆ ਗਿਆ। ਕਾਹਦਾ ਕੰਟਰੋਲ ਕੀਤਾ ਗਿਆ, ਗਵਰਨਮੈਂਟ ਦੇ ਦੁਆਰਾ ਕੰਟਰੋਲ ਕੀਤਾ ਗਿਆ। ਇਹਦੇ ਵਿੱਚ ਜਿਹੜੀਆਂ ਡਿਵੈਲਪਮੈਂਟ ਕਾਹਦੇ ਵਿੱਚ ਕੀਤੀ ਗਈ, ਇਨਫਰਾਸਟਰਕਚਰ ਦੇ ਵਿੱਚ, ਵੀ ਆਪਣੇ ਇਕਨੋਮਿਕ ਡਿਵੈਲਪਮੈਂਟ ਦੇ ਵਿੱਚ ਕਿੱਦਾਂ ਦੀ ਇਕਨੋਮਿਕ ਡਿਵੈਲਪਮੈਂਟ ਹੋਣੀ ਚਾਹੀਦੀ ਆ। ਇਹਦੇ ਵਿੱਚ ਰਿਸੋਰਸਿਸ ਨੂੰ ਉੱਚਤਮ ਪ੍ਰਯੋਗ ਕੀਤਾ ਗਿਆ, ਘੱਟ ਤੋਂ ਘੱਟ ਪ੍ਰਯੋਗ ਕਰਕੇ ਵੱਧ ਤੋਂ ਵੱਧ ਪ੍ਰੋਫਿਟ ਅਰਨ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਹਦੇ ਨਾਲ ਦੀ ਨਾਲ ਆਪਣੀਆਂ ਜਿਹੜੀਆਂ ਸੇਵਿੰਗਸ ਆ, ਇਨਵੈਸਟਮੈਂਟ ਆ, ਕੈਪੀਟਲ ਫਾਰਮੇਸ਼ਨ ਦੇ ਵਿੱਚ ਡਿਵੈਲਪਮੈਂਟ ਹੋਣੀ ਸ਼ੁਰੂ ਹੋ ਗਈ, ਇਨਕਰੀਜ਼ ਹੋਣਾ ਸ਼ੁਰੂ ਹੋ ਗਿਆ। ਨੈਕਸਟ ਹੈ ਇਹਦੇ ਕਰਕੇ ਜਿਹੜੀ ਆਪਣੀ ਇਕੋਨਮੀ ਆ ਤੁਹਾਨੂੰ ਪਤਾ ਆ ਹੋਰ ਜਿਹੜੇ ਆ ਇਹਨਾਂ ਦੇ ਓਬਜੈਕਟਿਵਸ ਆ ਵਧਣੇ ਸਟਾਰਟ ਹੋ ਗਏ। ਆਪਣੀ ਇਕੋਨਮੀ ਆਪਾਂ ਨਵੀਂ 1991 ਦੇ ਵਿੱਚ ਆਪਾਂ ਨਵੀਂ ਜਿਹੜੀ ਆ ਪੋਲਿਸੀ ਨੂੰ ਅਡੋਪਟ ਕੀਤਾ, ਜਿਹਦੇ ਕਰਕੇ ਆਪਣੀਆਂ ਜਿਹੜੀਆਂ ਹੋਰ ਵੀ ਇਨਵਾਇਰਮੈਂਟ ਦੇ ਵਿੱਚ ਚੇਂਜਿਸ ਆਈਆਂ। ਨੈਕਸਟ ਆ ਇਕਨੋਮਿਕ ਇਨਵਾਇਰਮੈਂਟ ਇਨ ਇੰਡੀਆ ਆਫਟਰ 1991। ਆਫਟਰ 1991 ਆਪਾਂ ਕਿਹੜੀ ਪੋਲਿਸੀ ਨੂੰ ਅਡੋਪਟ ਕੀਤਾ, ਨਿਊ ਇਕਨੋਮਿਕ ਪੋਲਿਸੀ ਔਰ ਇਕਨੋਮਿਕ ਰਿਫੋਰਮਸ। ਇਹ ਇਕਨੋਮਿਕ ਰਿਫੋਰਮਸ ਆ ਜਿਹੜੀ ਨਿਊ ਇਕਨੋਮਿਕ ਪੋਲਿਸੀ ਆ ਇਹ ਇੰਡੀਅਨ ਇਕੋਨਮੀ ਦੇ ਵਿੱਚ 1991 ਦੇ ਵਿੱਚ ਕੀਤੀ ਆ। ਇਹ ਤੁਸੀਂ ਨਰਸਿੰਗ ਕਮੇਟੀ 1991 ਉਹਦੇ ਬੈਂਕਿੰਗ ਦੇ ਵਿੱਚ ਵੀ ਚੈਪਟਰ ਦੇ ਵਿੱਚ ਤੁਸੀਂ ਕਰ ਚੁੱਕੇ ਹੋ। ਇਹਦਾ ਮੇਨ ਓਬਜੈਕਟਿਵ ਕੀ ਸੀਗਾ, ਇਕਨੋਮਿਕਸ ਵਾਲਿਆਂ ਨੇ ਕੀਤੀ ਹੋਣੀ ਹੈ, ਇਨੀਸ਼ੀਏਟ ਕਰਨਾ ਆਪਣੀ ਸਟਰਕਚਰ ਇਕੋਨਮੀ ਨੂੰ, ਪ੍ਰੋਡਕਟਿਵਿਟੀ ਨੂੰ ਵਧਾਉਣਾ। ਇਹ ਜਿਹੜੀ ਆ ਰਾਜਾ ਰੰਜਨ ਦੇ ਦੁਆਰਾ ਰਿਜ਼ਰਵ ਬੈਂਕ ਆਫ ਇੰਡੀਆ ਦੇ ਗਵਰਨਰ ਦੇ ਦੁਆਰਾ ਜਿਹੜੀ ਆ ਇਹ ਪੋਲਿਸੀ ਆਈ। ਇਹਦੇ ਵਿੱਚ ਜਿਹੜੀਆਂ ਟਰਮਸ ਆ ਪੋਲਿਸੀਜ਼ ਨੂੰ ਮੇਅਰ ਕਿਵੇਂ ਕਰਨਾ ਆ, ਉਹਦੇ ਵਿੱਚ ਚੇਂਜਿਸ ਕਿਵੇਂ ਕਰਨੀਆਂ, ਜਿਹੜੀਆਂ 1991 ਦੇ ਵਿੱਚ ਟਰਮਸ ਐਂਡ ਕੰਡੀਸ਼ਨਸ ਦੇ ਉਹਦੇ ਵਿੱਚ ਚੇਂਜਿਸ ਲੈ ਕੇ ਆਉਣ ਦੀ ਕੋਸ਼ਿਸ਼ ਕੀਤੀ। ਕਾਜ਼ਿਜ਼ ਆਫ ਅਡੋਪਟੇਸ਼ਨ ਆਫ ਇਕਨੋਮਿਕ ਰਿਫੋਰਮ ਔਰ ਇਕਨੋਮਿਕ ਪੋਲਿਸੀ ਇਨ ਇੰਡੀਆ। ਇਹਦੇ ਵਿੱਚ ਕਿਹੜੀਆਂ ਜਿਹੜੀਆਂ ਆਪਾਂ ਨੂੰ ਟਰਮਸ ਐਂਡ ਕੰਡੀਸ਼ਨਸ ਦਿਖਣ ਨੂੰ ਮਿਲੀਆਂ। ਫਸਟ ਵਨ ਹੈ ਫਿਜ਼ੀਕਲ ਕ੍ਰਾਈਸਿਸ। 1991 ਦੇ ਵਿੱਚ ਕਹਿੰਦੇ ਜਿਹੜਾ ਆਪਣਾ ਫਿਜ਼ੀਕਲ ਸੀ ਉਹ ਘਾਟੇ ਦੀ ਤੇ ਚੱਲ ਰਿਹਾ ਸੀ, ਘੱਟ ਰੇਟ 'ਤੇ ਚੱਲ ਰਿਹਾ ਸੀ। ਉਸ ਟਾਈਮ 'ਤੇ ਜਿਹੜਾ ਕਿ 8.4% ਸੀ। GDP ਜਿਹੜੀ ਸੀ ਉਹ ਪੂਅਰ ਫਾਈਨੈਂਸ਼ੀਅਲ ਪੋਜੀਸ਼ਨ 'ਤੇ ਸੀਗੀ। ਹੈਵੀ ਡੈਟ ਬਰਡਨ, ਉਸ ਟਾਈਮ 'ਤੇ ਜਿਹੜਾ ਕਿ ਆਪਾਂ ਲੋਕਾਂ ਤੋਂ ਉਧਾਰ ਲਿਆ ਸੀਗਾ ਉਹ ਜ਼ਿਆਦਾ, ਉਹਦਾ ਬਰਡਨ ਜਿਹੜਾ ਲੋਕਾਂ ਦੇ ਉੱਤੇ ਜ਼ਿਆਦਾ ਪਿਆ ਸੀ। 1991 'ਤੇ ਇੰਟਰਨਲ ਡੈਟ ਸੀਗਾ ਗਵਰਨਮੈਂਟ 'ਤੇ 49.7% GDP ਦਾ, ਅਤੇ 39% ਜਿਹੜੀ ਰੈਵਨਿਊ ਸੀਗੀ ਉਹ ਯੂਟੀਲਾਈਜ਼ ਕੀਤੀ ਗਈ ਸੀ ਇੰਟਰਸਟ ਦੇ ਵਿੱਚ। ਮੀਨਸ ਜਿਹੜਾ ਉਹਦੇ 'ਤੇ 39% ਆ ਇੰਟਰਸਟ ਰੇਟ ਪੇ ਕਰਨਾ ਪੈਂਦਾ ਸੀਗਾ। ਨੈਕਸਟ ਹੈ ਲੋ ਗਰੋਥ ਰੇਟ
1991 ਦੇ ਵਿੱਚ ਜਿਹੜਾ ਰੇਟ ਗਰੋਥ ਸੀਗਾ ਇੰਡੀਅਨ ਇਕੋਨਮੀ ਦਾ ਬਹੁਤ ਹੀ ਘੱਟ ਸੀ, ਕਿੰਨਾ ਸੀਗਾ 2% ਸੀਗਾ, ਜਿਹਦੇ ਕਰਕੇ ਆਪਣੀ ਜਿਹੜੀ ਆ ਗਰੋਥ ਹੈ ਐਗਰੀਕਲਚਰ ਇੰਡਸਟਰੀਅਲ ਸੈਕਟਰ ਦਾ ਆ ਰੇਟ ਬਹੁਤ ਹੀ ਘੱਟ ਚੱਲ ਰਿਹਾ ਸੀ। ਹਾਈ ਰੇਟ ਆਫ ਇਨਫਲੇਸ਼ਨ, ਮੁਸਫੀਤੀ ਦਾ ਜਿਹੜਾ ਰੇਟ ਆ ਉਹ ਬਹੁਤ ਹੀ ਜ਼ਿਆਦਾ ਸੀ। 1991 ਦੇ ਵਿੱਚ ਹੋਲਸੇਲ ਪ੍ਰਾਈਸ ਦਾ ਇੰਡੈਕਸ ਕਿੰਨਾ ਸੀਗਾ 10.3%, ਅਤੇ ਜਿਹੜਾ ਕਿ ਪ੍ਰਾਈਸ ਇੰਡੈਕਸ ਕਿੰਨਾ ਸੀਗਾ 11.2%। ਬੈਲੈਂਸ ਆਫ ਪੇਮੈਂਟ ਕ੍ਰਾਈਸਿਸ ਕਿੰਨੇ ਸੀਗੇ 1991 ਦੇ ਵਿੱਚ 3.7%, ਜਿਹੜਾ ਕਿ ਆਪਾਂ ਉਸ ਟਾਈਮ 'ਤੇ ਜਿਹੜੇ ਬੋਰਿੰਗ ਸੀਗੇ ਆਊਟਸਾਈਡ ਕੰਟਰੀ ਤੋਂ ਜ਼ਿਆਦਾ ਲਏ ਜਾਂਦੇ ਸੀ। ਐਕਸਟਰਨਲ ਡੈਟ ਸੀਗਾ ਗਵਰਨਮੈਂਟ ਦਾ ਉਹ ਵੀ ਇਨਕਰੀਜ਼ ਵੱਧ ਕੇ ਕਿੰਨਾ ਹੋ ਗਿਆ ਸੀ 23% ਹੋ ਗਿਆ ਸੀ, ਅਤੇ GDP ਉਸ ਟਾਈਮ 'ਤੇ 30% ਜਿਹੜਾ ਟੋਟਲ ਇੰਪੋਰਟ ਕੀਤਾ ਜਾਂਦਾ ਸੀ ਇਨਕਮ ਦਾ ਆਪਣੀ ਜਿਹੜੀਆਂ ਫੋਰਨ ਡੈਟ ਦੇ ਤੋਂ। ਨੈਕਸਟ ਹੈ ਫੋਰਨ ਐਕਸਚੇਂਜ ਕ੍ਰਾਈਸਿਸ। ਇੰਡੀਅਨ ਇਕੋਨਮੀ ਦੇ ਵਿੱਚ 1991 ਦੇ ਵਿੱਚ ਜਿਹੜੇ ਫੋਰਨ ਐਕਸਚੇਂਜ ਰਿਜ਼ਰਵ ਸੀਗੇ ਉਹ ਜਿਹੜੇ ਘਟਣੇ ਰਿਕਾਰਡ ਜਿਹੜਾ ਘਟਨਾ ਸਟਾਰਟ ਹੋ ਗਿਆ ਸੀਗਾ, ਜਿਹਦੇ ਵਿੱਚ ਆਪਣਾ ਇੰਡੀਅਨ ਰੁਪੀ ਕੰਪੈਰੀਜ਼ਨ ਅਮੈਰੀਕਾ ਡਾਲਰ ਦੇ 26% ਜਿਹੜਾ ਸੀਗਾ ਉਹ ਘਟ ਗਿਆ ਸੀਗਾ। ਇਸ ਕਰਕੇ ਜਿਹੜਾ ਫੋਰਨ ਐਕਸਚੇਂਜ ਆਊਟਫਲੋ ਸੀਗਾ ਉਹਨੇ ਆਪਣੀ ਕੰਟਰੀ ਦੇ ਵਿੱਚ ਜਗ੍ਹਾ ਬਣਾ ਲਈ ਸੀ। ਲੈਕ ਆਫ ਕੌਨਫੀਡੈਂਸ ਇਨ ਇਕੋਨਮੀ, ਫੋਰਨਰਸ ਜਿਹੜੇ ਸੀਗੇ ਫੋਰਨ ਇੰਸਟੀਟਿਊਸ਼ਨ ਸੀ, ਇੰਟਰਨੈਸ਼ਨਲ ਇੰਸਟੀਟਿਊਸ਼ਨ ਸੀਗੇ, ਉਹਨਾਂ ਦਾ ਨੈਗੇਟਿਵ ਐਟੀਟਿਊਡ ਪੈ ਗਿਆ ਸੀ ਆਪਣੇ ਇੰਡੀਅਨ ਇਕੋਨਮੀ 'ਤੇ। ਇਸ ਕਰਕੇ ਜਿਹੜੇ ਆਪਣੀ ਇਕੋਨਮੀ ਸੀ ਉਹ ਅਨਕੌਨਫੀਡੈਂਸ ਹੋ ਗਈ ਸੀਗੀ, ਜਿਹਦੇ ਕਰਕੇ ਆਪਣੀ ਜਿਹੜੀ ਇੰਡੀਅਨ ਇਕੋਨਮੀ ਸਟੇਬਲ ਹੋਣਾ ਘੱਟ ਗਈ ਸੀਗੀ। ਪੂਅਰ ਪਰਫਾਰਮੈਂਸ ਆਫ ਪਬਲਿਕ ਸੈਕਟਰ ਦੀ ਜਿਹੜੀ ਪਰਫਾਰਮੈਂਸ ਸੀ ਉਹ ਵੀ ਘੱਟ ਗਈ ਸੀ, ਕਿਉਂਕਿ ਇਨਐਫੀਸ਼ੀਐਂਸੀ ਵਰਕ ਸੀਗਾ। ਫॉर एग्जाम्पल ਇਹਨਾਂ ਕਿ ਇੰਡੀਅਨ ਇਕੋਨਮੀ ਵਾਜ਼ ਵਰਕਿੰਗ ਲਾਈਕ ਅ ਵਾਈਟ ਐਲੀਫੈਂਟ ਵਿਚ ਮੀਨ ਇਟ ਵਾਜ਼ ਹਾਈਲੀ ਇਨਿਸ਼ੀਅਮ। ਜਿਹੜੀ ਇਕੋਨਮੀ ਸੀਗੀ ਆਪਣੇ ਵਰਕਰ ਸੀਗੇ ਉਹ ਘੱਟ ਕੰਮ ਕਰਨਾ ਸਟਾਰਟ ਕਰਤੇ ਸੀਗੇ, ਜਿਸ ਕਰਕੇ ਜਿਹੜਾ ਗਵਰਨਮੈਂਟ ਨੂੰ ਬਹੁਤ ਹੀ ਲੋਸ ਦਾ ਸਾਹਮਣਾ ਕਰਨਾ ਪਿਆ ਸੀ। ਨੈਕਸਟ ਹੈ ਇੰਟਰਨੈਸ਼ਨਲ ਕੰਡੀਸ਼ਨਸ ਆ। ਇਰਾਕ ਕੁਵੈਤ ਦੇ ਵਿੱਚ 1991 ਦੇ ਵਿੱਚ ਕੀ ਸੀਗਾ ਵੀਕਿੰਗ ਆ ਗਈ ਸੀ USSR ਲੈਡ ਦੀ ਸੋਸ਼ਲਿਸਟ ਬਲੌਕ ਐਂਡ ਸਬਸੀਕੁਐਂਟ ਡਿਸਇੰਟੀਗ੍ਰੇਸ਼ਨ ਆਫ ਦੇ ਯੂਜ਼ਰਸ। ਇਹਦੇ ਵਿੱਚ ਉਹਨਾਂ ਨੇ ਦੂਸਰੇ ਕੰਟਰੀਜ਼ ਦੇ ਨਾਲ ਓਵਰਆਲ ਦੱਸਿਆ ਆ ਵੀ ਕਿੱਦਾਂ ਦੀਆਂ ਕੰਡੀਸ਼ਨ ਸੀ ਅਤੇ ਆਪਣੀ ਇੰਡੀਆ ਦੀ ਕੰਡੀਸ਼ਨ ਕਿਵੇਂ ਸੀਗੀ। ਲਾਸਟ ਵਨ ਆ ਕੰਡੀਸ਼ਨਸ ਇੰਪੋਜ਼ਡ ਬਾਈ IMF ਇੰਟਰਨੈਸ਼ਨਲ ਮੋਨੈਟਰੀ ਫੰਡ। 1990 ਦੇ ਵਿੱਚ ਉਹਨੇ ਕੀ ਪ੍ਰੋਬਲਮਸ ਦਾ ਸਾਹਮਣਾ ਕਰਨਾ ਪਿਆ, ਇਹਨੂੰ ਪ੍ਰਮੋਟ ਕੀਤਾ, ਇਹਦੀ ਹੈਲਪ ਦੇ ਨਾਲ ਆਪਾਂ ਕੀ ਕੀਤਾ ਇਨੀਸ਼ੀਏਟ ਕੀਤਾ ਇਕਨੋਮਿਕ ਰਿਫੋਰਮ ਨੂੰ। ਦੈਟਸ ਇਟ। ਨੈਕਸਟ ਆਬਜੈਕਟਿਵਸ ਆਫ ਇਕਨੋਮਿਕ ਰਿਫੋਰਮ ਔਰ ਨਿਊ ਇਕਨੋਮਿਕ ਪੋਲਿਸੀ। ਫਸਟ ਵਨ ਆ to take effective steps to reduce the fiscal deficit so the price stability may be ensured। ਕਹਿੰਦੇ ਉਹਨਾਂ ਨੇ ਵਧੀਆ ਸਟੈਪਸ ਚੱਕਣੇ ਸਟਾਰਟ ਕਰਤੇ, ਜਿਹਦੇ ਕਰਕੇ ਜਿਹੜੀ ਫਿਜ਼ੀਕਲ ਡੈਫੀਸਿਟ ਦੇ ਵਿੱਚ ਰੇਟ ਸੀਗੇ ਪ੍ਰਾਈਸਿਸ ਉਹ ਘੱਟ ਜਾਣ। ਸੈਕਿੰਡ ਆ ਰਿਸਟ੍ਰਿਕਸ਼ਨਸ ਲਗਾ ਦਿੱਤੀਆਂ ਪਬਲਿਕ ਸੈਕਟਰ 'ਤੇ ਸਟ੍ਰੈਟਜੀਜ਼ 'ਤੇ, ਜਿਹਦੇ ਨਾਲ ਆਪਾਂ ਨੂੰ ਹਰ ਇੱਕ ਪ੍ਰਾਈਵੇਟ ਸੈਕਟਰ ਨੂੰ ਫਰੀਡਮ ਮਿਲ ਜਾਏ। ਲਿਬਰਲਾਈਜੇਸ਼ਨ ਇੰਡਸਟਰੀ ਸੀਗੀਆਂ ਅਤੇ ਉਹਨਾਂ ਨੂੰ ਪ੍ਰਮੋਟ ਕੀਤਾ ਅਤੇ ਉਹਨਾਂ ਦੇ ਵਿੱਚ ਪੋਲਿਸ਼ ਕਰਨ ਦੀ ਕੋਸ਼ਿਸ਼ ਕੀਤੀ, ਲਾਇਸੈਂਸ ਨੂੰ ਯੂਜ਼ ਕੀਤਾ ਗਿਆ। ਇਨਫਲੋ ਫੋਰਨ ਕੰਟਰੀ ਕੈਪੀਟਲ ਨੂੰ ਜਿਹੜਾ ਸੀ ਐਨਕਰੇਜ ਕੀਤਾ ਅਤੇ ਫੋਰਨ ਡਾਇਰੈਕਟ ਇਨਵੈਸਟਮੈਂਟ ਨੂੰ ਪ੍ਰਮੋਟ ਕੀਤਾ। ਲਿਬਰਲਾਈਜੇਸ਼ਨ ਜਿਹੜੀ ਸੀਗੀ ਫੋਰਨ ਟ੍ਰੇਡ ਦੀ ਉਹਨੂੰ ਰਿਡਿਊਸ ਕੀਤਾ ਕਿਹਦੇ ਥਰੂ ਟੈਰਿਫ ਟੈਕਸ ਦੀ ਪਾਰਟ ਆ, ਉਹਨੂੰ ਕੋਟਾ ਰਿਸਟ੍ਰਿਕਸ਼ਨਸ ਨੂੰ ਅਬੋਲਿਸ਼ ਕੀਤਾ। ਨੈਕਸਟ ਹੈ ਫੋਰਨ ਐਕਸਚੇਂਜ ਰੇਟ ਨੂੰ ਸਟੈਬਲ ਕਰਨ ਦੀ ਕੋਸ਼ਿਸ਼ ਕੀਤੀ, ਬੈਲੈਂਸ ਆਫ ਪੇਮੈਂਟ ਪੋਜੀਸ਼ਨ ਨੂੰ ਇੰਪਰੂਵ ਕਰਨ ਦੀ ਕੋਸ਼ਿਸ਼ ਕੀਤੀ। ਨਾਲ ਦੀ ਨਾਲ ਕਹਿੰਦਾ ਇਨਕਰੀਜ਼ ਹੋਣੀ ਚਾਹੀਦੀ ਹੈ ਇੰਡੀਅਨ ਇਕੋਨਮੀ ਦਾ ਜਿਹੜਾ ਰੇਟ ਆਫ ਗਰੋਥ ਆ, ਇਹ ਨਾਲ ਉਹ ਜਿਹੜਾ ਪਿਊਪਲ ਦਾ ਜਿਹੜਾ ਕੌਨਫੀਡੈਂਸ ਆ ਉਹ ਵੀ ਐਨਹਾਂਸ ਹੋਣਾ ਚਾਹੀਦਾ ਹੈ, ਵਧੀਆ ਹੋਣਾ ਚਾਹੀਦਾ ਹੈ। ਇਹ ਸੀਗੇ ਆਪਣੇ ਇੰਡੀਅਨ ਇਕੋਨਮੀ ਦੀ ਨਿਊ ਪੋਲਿਸੀ ਦੇ ਓਬਜੈਕਟਿਵਸ। ਦੈਟਸ ਇਟ, ਥੈਂਕਸ ਟੂ ਆਲ।